सतनाम। श्री वाहिगुरु साहिब जी। एक ओंकार सतनाम करता पुरख निरभउ निरवैर। अकाल मूरत आजुनी सैभं गुर प्रसाद। जब लो नहीं भाग लिलार उदय, तब लो भ्रमते फिरते बहुतायो। कल घोर समुंदर में बूढ़त थे, कब हो मिट है नहीं रे पछतायो। तत् विचार जह मथरा, जग तारण को अवतार बनायो। जप्यो जिन अर्जन देव गुरु, फिर संकट जोन गर्भ न आयो। सो कहो टल गुर सेवियै, अहनिस सहज सुपाए। दर्शन परसै गुरु कै, जन्म मरण दुख जाए। होवे सिफत कसमदी, नूर अरसों कुरसों चटियै। तुद डिठे सच्चे पातशाह, माल जन्म जन्म दी कटियै। तुद डिठे सच्चे पातशाह, माल जन्म जन्म दी कटियै। वाहिगुरु जी। तनासरी महला पंजवा। दीन दर्द निवार ठाकुर, राखै जन की आप। तरन तारण हर निद, दुख ना सकै व्याप। दीन दर्द निवार ठाकुर, राखै जन की आप। तरन तारण हर निद, दुख ना सकै व्याप। साधु संग भजो गोपाल, आन संयम किच न सूझै। एह जतन काट कल काल रहाओ। आद अंत दयाल पूरन, तिस बिना नहीं कोई। जन्म मरण निवार हर जप, सिमर स्वामी सोए। वेद सिमरत कथै शास्त्र, भगत करे विचार। मुक्त पाइयै साध संगत, बिन सजाए अंधार। चरण कमल आधार जनका,
ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਚਾ। ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਉ ਬੁਲਾਵੇਂ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ। ਊਪਰ ਬਨੈ ਆਕਾਸ ਤਲੈ ਧਰ ਸੋਹਤੀ। ਦਹਿ ਦਿਸ ਚਮਕੈ ਬਿਜਲ ਮੁਖ ਕੋ ਜੋਹਤੀ। ਖੋਜਤ ਫਿਰੋ ਬਦੇਸ ਪਿਓ ਕਤ ਪਾਈਐ। ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ। ਡਿਠੇ ਸਭੇ ਥਾਵ ਨਹੀਂ ਤੁਧ ਜਿਹਾ। ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਹਰ ਹਾਂ ਨਾਨਕ ਕਸਮਲ ਜਾਏ ਨਾਇਐ ਰਾਮਦਾਸ ਸਰ। ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਹਰ ਹਾਂ ਨਾਨਕ ਕਸਮਲ ਜਾਹੇ ਨਾਇਐ ਰਾਮਦਾਸ ਸਰ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰਾਂ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ।
ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸੁਰਤ ਇਕਾਗਰ ਕਰਦੇ ਆਂ, ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਵੇ। ਪ੍ਰੇਮ ਨਾਲ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਪਾਵਨ ਸਥਾਨ 'ਤੇ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਅੰਦਰੋਂ ਸਾਹਿਬਾਨ ਦੇ ਬਖਸ਼ਿਸ਼ ਕੀਤੇ ਪਾਵਨ ਪਵਿੱਤਰ ਬਚਨ ਤਿੰਨਾਂ ਦਾ ਪਾਠ ਪ੍ਰੇਮ ਨਾਲ ਸ਼ਰਵਣ ਕੀਤਾ ਹੈ। ਪੁਨਹ ਮਹੱਲਾ ਪੰਜਵਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1362 ਉੱਤੇ ਸਵਾਇਮਾਨ ਹਨ। ਅੱਜ ਦੇ ਇਹਨਾਂ ਅਮੋਲਕ ਬਚਨਾਂ ਦੇ ਰਾਹੀਂ ਕਿਰਪਾ ਕਰਕੇ ਸਤਿਗੁਰੂ ਜੀ ਸਮਝਾਉਣਾ ਕਰ ਰਹੇ ਹਨ ਕਿ ਵਾਹਿਗੁਰੂ ਪਰਮਾਤਮਾ ਜੀ ਨੂੰ ਵਾਰ ਲੱਭਣ ਦੀ ਜ਼ਰੂਰਤ ਨਹੀਂ ਹੈ। ਅਸਲ ਵਿੱਚ ਅੰਤਰਮੁਖੀ ਹੋਣ ਦੀ ਲੋੜ ਹੈ। ਜੋ ਕੁਝ ਅਸੀਂ ਬਾਹਰੇ ਵੇਖਦੇ ਹਾਂ, ਮਾਲਕ ਵਾਹਿਗੁਰੂ ਨੇ ਸਾਰਾ ਕੁਝ ਅੰਦਰ ਹੀ ਟਿਕਾ ਰੱਖਿਆ ਹੈ। ਸਾਹਿਬ ਦੇ ਬਚਨ ਨੇ ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਮਾਲਕ ਬ੍ਰਹਿਮੰਡ ਵਿੱਚ ਵਸਦਾ ਹੈ ਉਹੀ ਇਸ ਪਿੰਡੇ ਭਾਵ ਕੇ ਤਨ ਦੇ ਅੰਦਰ ਵੀ ਵਸਦਾ ਹੈ। ਜਿਤਨਾ ਕੁਝ ਬਾਹਰ ਚੱਲਦਾ ਹੈ ਸਾਰਾ ਕੁਝ ਮਾਲਕ ਜੀ ਨੇ ਸਾਡੇ ਸੁਰਤ ਵਿੱਚ ਵੀ ਟਿਕਾ ਦਿੱਤਾ ਹੈ। ਅੰਦਰ ਵੀ ਸਾਡੇ ਇੱਕ ਪੂਰਾ ਬ੍ਰਹਿਮੰਡ ਬਣਿਆ ਹੋਇਆ ਹੈ। ਬਾਹਰ ਇਸ ਧਰਤੀ 'ਤੇ ਰਹਿ ਰਹੇ ਹਾਂ, ਅੰਦਰ ਵੀ ਧਰਤੀ ਵਰਗਾ ਇੱਕ ਤਲ ਹੈ, ਆਕਾਸ਼ ਵਰਗੀਆਂ ਉਚਾਈਆਂ ਨੇ। ਅੰਦਰ ਵੀ ਕਿਤੇ ਨਾ ਕਿਤੇ ਬੱਦਲ ਵਰਸਦੇ ਹਨ। ਉਹ ਬੱਦਲ ਗਿਆਨ ਦੇ ਵੀ ਨੇ, ਗੁਰੂ ਦੀ ਕਿਰਪਾ ਦੇ ਵੀ ਨੇ। ਜਦੋਂ ਸਾਹਿਬ ਜੀ ਕਹਿੰਦੇ ਅੰਦਰ ਜੁੜ ਕੇ ਅਸੀਂ ਮਾਲਕ ਵਾਹਿਗੁਰੂ ਜੀ ਦੇ ਗੁਣ ਗਾਵਾਂਗੇ ਤੇ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਜ਼ਿਆਦਾਤਰ ਸੰਸਾਰ ਵਿੱਚ ਪਰਮਾਤਮਾ ਨੂੰ ਜੰਗਲਾਂ ਵਿੱਚੋਂ, ਪਹਾੜਾਂ ਵਿੱਚੋਂ, ਆਸ਼ਰਮਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਤਿਗੁਰੂ ਨੇ ਆਪਣੇ ਪਿਆਰੇ ਸਿੱਖਾਂ ਨੂੰ ਇਹਨਾਂ ਭਰਮਾਂ ਤੋਂ ਬਚਾਉਣ ਦਾ ਯਤਨ ਕੀਤਾ। ਆਓ ਸਤਿਗੁਰੂ ਕੀ ਕਿਰਪਾ ਕਰਦੇ ਨੇ, ਪ੍ਰੇਮ ਸਹਿਤ ਵਿਚਾਰਨ ਦਾ ਯਤਨ ਕਰੀਏ। ਉੱਪਰ ਬਨੇ ਆਕਾਸ ਤਲੇ ਧਰ ਸੋਹਤੀ। ਹਜ਼ੂਰ ਕਹਿੰਦੇ ਨੇ ਜਦੋਂ ਉੱਪਰ ਵੱਲ ਵੇਖਦੇ ਹਾਂ ਆਕਾਸ਼ ਦੀ ਸੋਝੀ ਪੈਂਦੀ ਹੈ, ਆਸਮਾਨ ਵਿਖਦਾ ਹੈ। ਆਕਾਸ਼ ਦੇ ਅੰਦਰ ਸੂਰਜ, ਚੰਦਰਮਾ, ਤਾਰੇ ਬੜਾ ਇਸ ਆਕਾਸ਼ ਨੂੰ ਸੋਹਣਾ ਬਣਾ ਦਿੰਦੇ ਨੇ। ਤਲੇ ਧਰ ਸੋਹਤੀ, ਹੇਠਾਂ ਸੋਹਣੀ ਜ਼ਮੀਨ ਹਰਿਆਵਲ ਨਾਲ ਭਰੀ ਹੋਈ ਦਿਖ ਰਹੀ ਹੈ। ਹੁਣ ਗੱਲ ਬਾਹਰਲੇ ਆਕਾਸ਼ ਦੀ ਕਰ ਰਹੇ ਨੇ ਪਰ ਸਮਝਾਉਣਾ ਅੰਦਰ ਚਾਹੁੰਦੇ ਹਨ। ਆਕਾਸ਼ ਦਾ, ਆਸਮਾਨ ਦਾ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਜਿਹੜੇ ਬੱਦਲ ਅਸੀਂ ਵੇਖਦੇ ਪਏ ਹਾਂ ਇਹ ਤਾਂ ਬਹੁਤ ਹੇਠਾਂ ਰਹਿ ਜਾਂਦੇ ਨੇ। ਜਿਹੜੇ ਜਹਾਜ਼ ਵੀ ਚੱਲਦੇ ਨੇ ਉਹ ਵੀ ਇਹਨਾਂ ਬੱਦਲਾਂ ਤੋਂ ਉੱਪਰ ਵਾਲੇ ਪਾਸੇ ਚੱਲਦੇ ਨੇ। ਜਦੋਂ ਜਹਾਜ਼ ਵਿੱਚ ਬੈਠਾ ਕੋਈ ਮਨੁੱਖ ਵੇਖਦਾ ਉਹਨੂੰ ਉਦੋਂ ਤਾਂ ਵੀ ਆਕਾਸ਼ ਦਿਖਾਈ ਦਿੰਦਾ ਹੈ, ਕਿਉਂਕਿ ਇਹਦਾ ਹੱਦ ਬੰਨਾ ਕੋਈ ਨਹੀਂ ਹੈ, ਬੜਾ ਵਿਸ਼ਾਲ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਅੰਦਰ ਵੀ ਸੁਰਤ ਮੰਡਲ ਵੀ ਜਿਹੜਾ ਹੈ, ਸੋਚ ਵਿਚਾਰ ਦਾ ਘੇਰਾ ਵੀ ਬੜਾ ਵਿਸ਼ਾਲ ਹੈ। ਆਸਮਾਨ ਦੀ ਤਰ੍ਹਾਂ ਬੜਾ ਸੋਹਣਾ ਜਾਪਦਾ ਹੈ। ਕਿਤੇ ਕਿਤੇ ਗੁਰੂ ਗਿਆਨ ਦਾ ਸੂਰਜ ਇਸ ਸੁਰਤ ਵਿੱਚ ਚਮਕਦਾ ਹੈ। ਕਿਤੇ ਚੰਦਰਮਾ, ਤਾਰਿਆਂ ਦੀ ਤਰ੍ਹਾਂ ਇਹ ਸੁਰਤ ਮੰਡਲ ਬੜਾ ਸੋਹਣਾ ਜਾਪਦਾ ਹੈ। ਗੱਲ ਬਾਹਰਲੇ ਆਕਾਸ਼ ਦੀ ਹੋ ਰਹੀ ਹੈ ਪਰ ਵਿਚਾਰ ਅੰਦਰਲੀ ਚੱਲ ਰਹੀ ਹੈ।
ਤੇ ਇੱਕ ਜਿਵੇਂ ਧਰਤੀ ਤੇ ਖੜੋਤੇ ਹਾਂ, ਇਸੇ ਤਰ੍ਹਾਂ ਸਾਡਾ ਅੰਦਰਲਾ ਵੀ ਇੱਕ ਮੰਡਲ ਹੈ ਜਿੱਥੇ ਸੁਰਤ ਇੱਕ ਥਾਂ ਤੇ ਟਿਕੀ ਰਹਿੰਦੀ ਹੈ, ਨਾ ਤਾਂ ਨਿਵਾਣ ਵੱਲ ਨੂੰ ਜਾਂਦੀ ਹੈ, ਨਾ ਕਿਤੇ ਧਰਮ ਵਾਲੇ ਪਾਸੇ ਨੂੰ ਤੁਰਦੀ ਹੈ। ਉਹਨੂੰ ਕਹਿ ਸਕਦੇ ਹਾਂ ਧਰਤੀ ਵਾਲਾ ਤਲ, ਜਿੱਥੇ ਅਸੀਂ ਨੋਰਮਲ ਜੀ ਰਹੇ ਹਾਂ, ਜਿਸ ਪੱਧਰ ਤੇ ਜੀ ਰਹੇ ਹਾਂ, ਸਮਝ ਲਓ ਧਰਤੀ ਹੈ। ਤੇ ਸਾਹਿਬ ਜੀ ਕਹਿੰਦੇ ਦਹਿ ਦਿਸ ਚਮਕੈ ਬਿਜਲ ਮੁਖ ਕਾ ਜੋਹਤੀ। ਹੁਣ ਇਸ ਧਰਤੀ ਤੇ, ਜਿਸ ਧਰਤੀ ਤੇ ਅਸੀਂ ਬਾਹਰੀ ਰੂਪ ਵਿੱਚ ਰਹਿ ਰਹੇ ਹਾਂ, ਜਦੋਂ ਬੱਦਲ ਆਉਂਦੇ ਨੇ, ਬਿਜਲੀ ਚਮਕਾ ਮਾਰਦੀ ਹੈ, ਚਾਰੇ ਪਾਸਿਓਂ ਗੜਗਾਹਟ ਦੀ ਆਵਾਜ਼ ਆਉਂਦੀ ਹੈ, ਚਮਕਦੀ ਹੋਈ ਬਿਜਲੀ ਸਾਡੇ ਚਿਹਰਿਆਂ ਤੇ ਚਮਕਦੀ ਹੈ। ਤੇ ਸਾਹਿਬ ਜੀ ਨੇ ਬਚਨ ਕਹੇ, ਕਹਿੰਦੇ ਦਹਿ ਦਿਸ ਚਮਕੈ ਬਿਜਲ ਮੁਖ ਕਾ ਜੋਹਤੀ। ਹੁਣ ਜਿਹੜੀ ਬਾਹਰ ਬਿਜਲੀ ਚਮਕ ਰਹੀ ਹੈ, ਸਾਡੇ ਚਿਹਰੇ ਤੇ ਪ੍ਰਕਾਸ਼ ਪਾਉਂਦੀ ਹੈ। ਸਾਡੇ ਅੰਦਰ ਵੀ ਤਾਂ ਬਿਜਲੀਆਂ ਚਮਕ ਰਹੀਆਂ ਨੇ, ਕਿਤੇ ਨਾ ਕਿਤੇ ਸਾਡੇ ਅੰਦਰ ਵੀ ਕਨਕੋਰ ਵੱਜਦੀ ਹੈ। ਜਦੋਂ ਮਨੁੱਖ ਮਾਲਕ ਦੇ ਚਰਨਾਂ ਵਿੱਚ ਜੁੜਦਾ ਹੈ, ਗੁਰੂ ਗਿਆਨ ਦਾ ਆਸਰਾ ਲੈਂਦਾ ਹੈ, ਗੁਰੂ ਬੱਦਲ ਜਦੋਂ ਨਾਮ ਦੀ ਵਰਖਾ ਕਰਦੇ ਨੇ, ਅੰਦਰ ਵੀ ਬਿਜਲੀਆਂ ਚਮਕਦੀਆਂ ਨੇ, ਸੋਝੀ ਪੈਂਦੀ ਹੈ, ਰੌਸ਼ਨੀ ਹੁੰਦੀ ਹੈ। ਹੁਣ ਜਿਵੇਂ ਜਿਵੇਂ ਮਨੁੱਖ ਮਾਲਕ ਜੀ ਦੇ ਪ੍ਰੇਮ ਵਿੱਚ ਜੁੜਦਾ ਹੈ, ਗੁਰੂ ਗਿਆਨ ਦਾ ਆਸਰਾ ਲੈਂਦਾ ਹੈ, ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਸਾਰਾ ਕੁਝ ਤਾਂ ਮਾਲਕ ਜੀ ਨੇ ਅੰਦਰ ਟਿਕਾ ਰੱਖਿਆ ਹੈ। ਤੇ ਸਾਹਿਬ ਜੀ ਕਹਿੰਦੇ ਫਿਰ ਸਮਝਣ ਤੋਂ ਬਾਅਦ ਖੋਜਤ ਪੇਰੋਂ ਬਦੇਸ ਪਿਓ ਕਤ ਪਾਈਐ। ਹੁਣ ਇਸ ਗੱਲ ਦੀ ਸਮਝ ਸਤਿਗੁਰਾਂ ਨੇ ਦੇ ਦਿੱਤੀ, ਜੋ ਹੈ ਸਾਰਾ ਕੁਝ ਅੰਦਰ ਹੀ ਹੈ। ਪਰ ਗੁਰੂ ਨੇ ਬਾਣੀ ਵਿੱਚ ਵਚਨ ਕਹਿ ਦਿੱਤੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਹਜ਼ੂਰ ਕਹਿੰਦੇ ਸਾਰਾ ਕੁਝ ਘਰ ਵਿੱਚ ਹੀ ਸੀ, ਅੰਮ੍ਰਿਤ ਦੇ ਚਵੱਚੇ ਭਰੇ ਪਏ ਸਨ ਅੰਦਰ ਹੀ, ਪਰ ਮਨਮੁਖ ਬੰਦਾ ਬਾਹਰ ਲੱਭਦਾ ਹੈ। ਬਾਹਰੋਂ ਸਾਰਾ ਕੁਝ ਲੈਣਾ ਚਾਹੁੰਦੇ ਹਾਂ। ਸੰਸਾਰ ਵਿੱਚ ਬੰਦਾ ਕਹਿੰਦਾ ਸੁੱਖ ਲੈਣਾ ਹੈ, ਕਿੱਥੋਂ ਲਈਏ ਜੀ? ਕਿਸੇ ਨੂੰ ਪੁੱਛ ਲਓ, ਕਿਤੇ ਥਾਂ ਤੇ ਚਲੇ ਜਾਓ, ਕੋਈ ਸੁੱਖਣਾ ਸੁੱਖ ਲਓ, ਕਿਤੇ ਸੁੱਖ ਆ ਜਾਏ। ਮਾਲਕ ਵਾਹਿਗੁਰੂ ਨੂੰ ਵੀ ਲੱਭਣ ਵਾਸਤੇ ਬਾਹਰ ਜਾਂਦੇ। ਸਤਿਗੁਰੂ ਕਹਿੰਦੇ ਭਾਈ ਸਾਰੀ ਖੇਡ ਅੰਦਰ ਦੀ ਹੈ। ਜੇ ਮਾਲਕ ਜੀ ਨੂੰ ਲੱਭਣਾ ਹੈ, ਆਪਣੇ ਅੰਦਰਲੀ ਯਾਤਰਾ ਆਰੰਭ ਕਰ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ। ਪਰ ਹਜ਼ੂਰ ਕਹਿੰਦੇ ਖੋਜਤ ਫਿਰੋ ਬਦੇਸ। ਹੁਣ ਜਿਸ ਮਾਲਕ ਜੀ ਦਾ ਵਾਸਾ ਘਰ ਵਿੱਚ ਹੀ ਹੋਵੇ ਤੇ ਲੱਭਦੇ ਫਿਰੇ ਉਹਨੂੰ ਅਸੀਂ ਬਾਹਰ ਵਿਦੇਸਾਂ ਵਿੱਚ, ਪਿਓ ਕਤ ਪਾਈਐ। ਸਾਹਿਬ ਜੀ ਕਹਿੰਦੇ ਫਿਰ ਦੱਸੋ ਭਾਈ, ਉਹ ਪ੍ਰਮਾਤਮਾ, ਉਹ ਪਤੀ ਬਾਹਰ ਕਿੱਥੋਂ ਮਿਲ ਸਕਦਾ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਤੇਰੇ ਅੰਦਰ ਵਸਦਾ ਹੈ। ਇਵੇਂ ਵਸਦਾ ਹੈ ਅੰਦਰ ਜਿਵੇਂ ਫੁੱਲਾਂ ਵਿੱਚ ਖੁਸ਼ਬੂ ਹੁੰਦੀ। ਇੱਕ ਫੁੱਲ ਅਸਲੀ ਪਿਆ ਹੋਵੇ ਸਾਡੇ ਨੇੜੇ, ਚਾਹੇ ਅਸੀਂ ਸਾਰੇ ਹੀ ਇੱਕ ਫੁੱਲ ਦੀ ਖੁਸ਼ਬੂ ਨੂੰ ਮਾਣ ਲਈਏ, ਉਹ ਘਟਦੀ ਨਹੀਂ। ਪਰ ਕੋਈ ਇੱਕ ਮਨੁੱਖ ਕਵੇ ਕਿ ਇਹ ਜਿਹੜੀ ਸੁਗੰਧੀ ਫੁੱਲ ਵਿੱਚੋਂ ਆ ਰਹੀ ਹੈ, ਇਹਨੂੰ ਅਲੱਗ ਕਰ ਲਈਏ, ਫੁੱਲ ਵੱਖਰਾ ਹੋ ਜਾਏ ਤੇ ਸੁਗੰਧੀ ਵੱਖਰੀ ਹੋ ਜਾਏ। ਤੇ ਐਸਾ ਕਦੇ ਹੁੰਦਾ ਨਹੀਂ ਕਿ ਫੁੱਲ ਵਿੱਚੋਂ ਇਕੱਲੀ ਸੁਗੰਧੀ ਕੱਢ ਲਈ ਜਾਵੇ। ਜੇ ਫੁੱਲ ਹੈ ਉਹਦੇ ਵਿੱਚੋਂ ਹੀ ਸੁਗੰਧੀ ਆਉਂਦੀ। ਤੇ ਗੁਰੂ ਸਾਹਿਬ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਹਿ ਦਿੱਤੇ, ਕਹਿੰਦੇ ਪ੍ਰਮਾਤਮਾ ਜੀ ਇੰਝ ਸਾਡੇ ਅੰਦਰ ਵਸਦੇ ਨੇ ਜਿਵੇਂ ਫੁੱਲਾਂ ਵਿੱਚ ਸੁਗੰਧੀ ਵਸਦੀ ਹੈ। ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਪੋਹ ਪਮਦ ਜਿਉ ਵਾਸ ਵਸਤ ਹੈ, ਮੁਕਰ ਮਾਹੇ ਜੈਸੇ ਛਾਈ। ਮੁਕਰ ਕਹਿੰਦੇ ਨੇ
ਅਸੀਂ ਸੀਸਾ ਕਹਿ ਦਿੰਦੇ ਹਾਂ, ਆਇਨਾ ਕਹਿ ਦਿੰਦੇ ਹਾਂ। ਜਦੋਂ ਅਸੀਂ ਸ਼ੀਸ਼ੇ ਦੇ ਅੰਦਰ ਵੇਖਦੇ ਹਾਂ ਸਾਨੂੰ ਆਪਣੀ ਤਸਵੀਰ ਦਿਖਾਈ ਦਿੰਦੀ ਹੈ, ਆਪਣਾ ਪਰਛਾਵਾਂ ਦਿਖਾਈ ਦਿੰਦਾ ਹੈ। ਹੁਣ ਬੰਦਾ ਉਸ ਪਰਛਾਵੇ ਨੂੰ ਕੱਢਣ ਦਾ ਯਤਨ ਕਰੇ, ਸ਼ੀਸ਼ੇ ਵਿੱਚੋਂ ਬਾਹਰ ਨਹੀਂ ਨਿਕਲੇਗਾ। ਪਰ ਸ਼ੀਸ਼ੇ ਵਿੱਚ ਦਿਖਦਾ ਹੈ ਸਾਰਾ ਕੁਝ ਬਿਲਕੁਲ ਕਲੀਅਰ ਵਿਖੇਗਾ। ਤੇ ਸਾਹਿਬ ਜੀ ਕਹਿੰਦੇ ਜਿਵੇਂ ਮੁਕਰ ਦੇ ਅੰਦਰ ਸ਼ੀਸ਼ੇ ਅੰਦਰ ਪਰਛਾਵਾਂ ਵਿਖਦਾ ਹੈ, ਇਸੇ ਤਰ੍ਹਾਂ ਹੀ ਮਾਲਕ ਜੀ ਵਸਦੇ ਨੇ। ਮੁਕਰ ਮਾਹੇ ਜੈਸੇ ਸਾਈ ਤੈਸੇ ਹੀ ਹਰ ਵਸੇ ਨਿਰੰਤਰ, ਘਟ ਹੀ ਖੋਜੋ ਭਾਈ। ਫੁੱਲਾਂ ਵਿੱਚ ਸੁਗੰਧੀ ਦੀ ਤਰ੍ਹਾਂ ਪ੍ਰਮਾਤਮਾ ਜੀ ਸਾਡੇ ਵਿੱਚ ਬਿਲਕੁਲ ਰਚੇ ਮਿਚੇ ਪਏ ਨੇ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਘਟ ਹੀ ਖੋਜੋ ਭਾਈ, ਅੰਦਰ ਹੀ ਖੋਜਣਾ ਕਰ, ਬਾਹਰ ਨਹੀਂ ਮਾਲਕ ਜੀ ਨੂੰ ਲੱਭਿਆ ਜਾ ਸਕਦਾ। ਹੁਣ ਸਾਹਿਬ ਕਹਿੰਦੇ ਅੱਜ ਦੇ ਵਚਨਾਂ 'ਚ ਹਜ਼ੂਰ ਕਹਿੰਦੇ ਨੇ ਖੋਜਤ ਫਿਰੋ ਬਦੇਸ ਪਿਓ ਕਤ ਪਾਈਐ। ਜਿਹੜਾ ਮਾਲਕ ਸੁਰਤ ਅੰਦਰ ਵਸ ਰਿਹਾ ਹੈ ਤੇ ਉਹਨੂੰ ਬਾਹਰ ਕਿਵੇਂ ਖੋਜਿਆ ਜਾ ਸਕਦਾ? ਬਾਹਰ ਲੱਭਿਆ ਹੀ ਨਹੀਂ ਜਾਵੇਗਾ, ਕਿਉਂਕਿ ਸਾਡਾ ਰੱਬ ਇਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਅਸੀਂ ਸੰਸਾਰ ਵਿੱਚ ਵੇਖਦੇ ਹਾਂ। ਲੋਕ ਕਹਿੰਦੇ ਜੀ ਸਾਨੂੰ ਫਲਾਣੇ ਥਾਂ 'ਤੇ ਰੱਬ ਨੇ ਦਰਸ਼ਨ ਦੇ ਦਿੱਤੇ, ਫਲਾਣੇ ਥਾਂ 'ਤੇ ਰੱਬ ਪ੍ਰਗਟ ਹੋ ਗਿਆ। ਸਤਿਗੁਰਾਂ ਨੇ ਪ੍ਰਮਾਤਮਾ ਦਾ ਸਰੂਪ ਬਿਆਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਹ ਰੱਬ ਦੇ ਗੁਣ ਨੇ। ਇਹਨਾਂ ਬੇਅੰਤ ਗੁਣਾਂ ਦਾ ਮਾਲਕ ਵਾਹਿਗੁਰੂ ਹੈ ਤੇ ਉਹ ਸਥੂਲ ਸਰੀਰ ਦਾ ਮਾਲਕ ਨਹੀਂ। ਇਹ ਨਹੀਂ ਕਹਿ ਸਕਦੇ ਇਹ ਬੰਦਾ ਰੱਬ ਹੈ, ਆ ਜੂਨੀਆਂ ਰੱਬ ਨੇ, ਪਰ ਵਸਦਾ ਸਾਰਿਆਂ ਵਿੱਚ ਹੀ ਹੈ। ਹਰ ਚੀਜ਼ ਉਹਦੇ ਭੈ ਵਿੱਚ ਚੱਲਦੀ ਹੈ, ਉਹਦੇ ਪ੍ਰੇਮ ਵਿੱਚ ਲੱਗੀ ਹੈ। ਤੇ ਇਸੇ ਕਰਕੇ ਹਜ਼ੂਰ ਕਹਿੰਦੇ ਨੇ ਇਹਨੂੰ ਅੰਦਰ ਹੀ ਲੱਭ, ਬਾਹਰ ਨਾ ਖੋਜਣਾ ਕਰ। ਬਾਹਰ ਸੰਸਾਰ ਵਿੱਚੋਂ ਜੰਗਲਾਂ ਵਿੱਚੋਂ ਨਹੀਂ ਮਿਲੇਗਾ। ਜੇ ਜੰਗਲਾਂ ਵਿੱਚ ਬੈਠਿਆਂ ਰੱਬ ਮਿਲਣਾ ਹੋਵੇ ਤੇ ਜੰਗਲ ਦੇ ਪਸ਼ੂ ਪੰਛੀ ਤਾਂ ਪਹਿਲਾਂ ਰਹਿੰਦੇ ਹੀ ਜੰਗਲ ਵਿੱਚ ਨੇ। ਬੰਦਾ ਤਾਂ ਚਲੋ ਘਰ ਵਰ ਤਿਆਗ ਕੇ ਜਾਂਦਾ ਹੈ, ਪਸ਼ੂ ਪੰਛੀ ਪਹਿਲਾਂ ਹੀ ਜੰਗਲ ਵਿੱਚ ਹੀ ਰਹਿੰਦੇ ਨੇ। ਤੇ ਜੇ ਰੱਬ ਮਿਲਣਾ ਹੁੰਦਾ ਪਹਿਲਾਂ ਉਹਨਾਂ ਨੂੰ ਮਿਲ ਜਾਂਦਾ। ਜੇ ਪੁੱਠੇ ਲੜਕ ਕੇ ਤਪੱਸਿਆ ਕੀਤਿਆਂ ਰੱਬ ਮਿਲਦਾ ਹੁੰਦਾ ਤੇ ਚਮਗਿੱਦੜਾਂ ਨੂੰ ਮਿਲ ਜਾਣਾ ਸੀ। ਪਰ ਇਹ ਭਰਮ ਨੇ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਖੋਜਤ ਫਿਰੋ ਬਦੇਸ ਪਿਓ ਕਤ ਪਾਈਐ। ਭਾਈ ਦੱਸੋ ਜੇ ਵਿਦੇਸ਼ਾਂ ਵਿੱਚੋਂ ਰੱਬ ਲੱਭਦੇ ਫਿਰਾਂਗੇ, ਅੰਦਰ ਝਾਤੀ ਨਹੀਂ ਮਾਰ ਕੇ ਵੇਖਾਂਗੇ ਤਾਂ ਰੱਬ ਕਿਵੇਂ ਮਿਲ ਸਕਦਾ? ਕਿਵੇਂ ਮਾਲਕ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾ ਸਕਦੇ ਆ? ਹਰ ਹਾਂ ਜੇ ਮਸਤਕ ਹੋਵੇ ਭਾਗ ਤਾ ਦਰਸ ਸਮਾਈਐ। ਜੇ ਅਸੀਂ ਆਪਣੇ ਮੱਥੇ ਦੇ ਭਾਗ ਸਵੱਲੇ ਕਰ ਲਈਏ। ਹੁਣ ਗੁਰੂ ਸਾਹਿਬ ਜੀ ਦੇ ਬਾਣੀ ਦੇ ਬਚਨਾਂ ਵਿੱਚ ਬਾਰ-ਬਾਰ ਮਸਤਕ ਦੇ ਲੇਖਾਂ ਦੀ ਗੱਲ ਆਉਂਦੀ ਹੈ, ਕਿਉਂਕਿ ਸੰਸਾਰ ਵਿੱਚ ਇਹ ਗੱਲ ਆਮ ਪ੍ਰਚਲਿਤ ਸੀ ਕਿ ਜੀ ਬੰਦੇ ਦੇ ਮੱਥੇ 'ਤੇ ਲੇਖ ਲਿਖੇ ਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜੇ ਮਸਤਕ ਦਾ ਭਾਵ ਹੈ ਸਾਡੀ ਸੁਰਤ ਮੰਡਲ। ਜੇ ਬੰਦਾ ਚਾਹੁੰਦਾ ਹੈ, ਕਰਮ ਇਸ ਤਰ੍ਹਾਂ ਦੇ ਕਰਦਾ ਹੈ ਕਿ ਮੈਂ ਮਾਲਕ ਜੀ ਨਾਲ ਜੁੜਾਂ, ਭਾਗ ਸਵੱਲੇ ਕਰਦਾ ਹੈ, ਤਾਂ ਹੀ ਮਾਲਕ ਜੀ ਦੇ ਦਰਸ਼ਨ ਹੋ ਸਕਦੇ ਨੇ। ਹੁਣ ਬੰਦੇ ਨੂੰ ਕਿਸੇ ਨੂੰ ਕਹੋ ਭਾਈ ਤੂੰ ਚੰਗੇ ਰਸਤੇ 'ਤੇ ਤੁਰਿਆ ਕਰ, ਕਹਿੰਦਾ ਜੀ ਮੇਰੇ ਲੇਖ ਹੀ ਇਸੇ ਤਰ੍ਹਾਂ ਦੇ ਨੇ, ਮੇਰੇ ਮੱਥੇ ਦੇ ਲੇਖ ਹੀ ਇਸ ਤਰ੍ਹਾਂ ਦੇ ਨੇ, ਮੈਂ ਕੋਈ ਗੱਲ ਨਹੀਂ ਜੁੜ ਜਾਵਾਂਗਾ ਹੌਲੀ ਹੌਲੀ। ਜਿਸ ਦਿਨ ਮੇਰੇ ਭਾਗ ਜਾਗਣਗੇ ਮੈਂ ਵੀ ਜੁੜ ਜਾਵਾਂਗਾ। ਭਾਗ ਜਾਗਦੇ ਨਹੀਂ ਹਨ, ਗੁਰੂ ਸਾਹਿਬ ਕਹਿੰਦੇ ਜਗਾਣੇ ਪੈਂਦੇ ਨੇ, ਕਿਉਂਕਿ ਕਰਮ ਸਾਡੇ ਹੱਥ ਵਿੱਚ ਨੇ। ਜੇ ਆਪਣੇ ਮਸਤਕ ਦੇ ਭਾਗ ਅਸੀਂ ਸਵੱਲੇ ਕਰ ਲਈਏ, ਬੜ ਭਾਗੀ ਬਣ ਜਾਈਏ, ਤਾਂ ਦਰਸ ਸਮਾਈਏ, ਤਾਂ ਸਾਹਿਬ ਕਹਿੰਦੇ ਪ੍ਰਮਾਤਮਾ ਜੀ ਦੇ ਦਰਸ਼ਨਾਂ ਵਾਸਤੇ ਇੱਕ ਲਾਈਨ ਵਿੱਚ ਲੱਗ ਸਕਦੇ ਹਾਂ। ਉਹਦੇ ਵਾਸਤੇ ਅਸੀਂ ਯੋਗ ਹੋ ਸਕਦੇ ਹਾਂ। ਜੇ ਸਾਡੇ ਮਸਤਕ ਦੇ ਭਾਗ ਹੀ ਉਜਲੇ ਨਾ ਹੋਏ, ਸ਼ੁਭ ਕਰਮੀ ਨਾ ਅਸੀਂ ਕੀਤੇ, ਤੇ ਫਿਰ ਭਾਵੇਂ ਕਿਸੇ ਡੇਰੇ 'ਚ ਚਲੇ ਜਾਈਏ, ਭਾਵੇਂ ਕਿਸੇ ਤੀਰਥਾਂ 'ਤੇ ਚਲੇ ਜਾਈਏ,
ਭਾਵੇਂ ਜੰਗਲਾਂ ਵਿੱਚ ਚਲੇ ਜਾਈਏ, ਜੇ ਆਪਣੀ ਸੁਰਤ ਮੰਡਲ ਦਾ ਵਿਕਾਸ ਨਹੀਂ ਕੀਤਾ, ਅੰਦਰੋਂ ਨਹੀਂ ਲੱਭਿਆ, ਤਾਂ ਮਾਲਕ ਜੀ ਦੇ ਦਰਸ਼ਨ ਨਹੀਂ ਕਰ ਸਕਦੇ, ਫੇਰ ਨਹੀਂ ਸਮਝਿਆ ਜਾ ਸਕਦਾ। ਇਸ ਕਰਕੇ ਆਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਆਪਣੇ ਅੰਦਰ ਝਾਤੀ ਮਾਰ, ਅੰਦਰੋਂ ਹੀ ਲੱਭਣ ਦਾ ਯਤਨ ਕਰ। ਬਾਹਰ ਭਰਮਾਂ ਵਿੱਚ ਪਿਆ ਲੁੱਟੇ ਜਾ ਸਕਦੇ ਹਾਂ, ਭਰਮਾਂ ਵਿੱਚ ਪਿਆ ਖੁਆਰ ਹੋ ਸਕਦੇ ਹਾਂ, ਪਰ ਜਿਨ੍ਹਾਂ ਨੇ ਅੰਦਰੋਂ ਲੱਭ ਲਿਆ ਉਹਨਾਂ ਨੇ ਮਾਲਕ ਜੀ ਦੇ ਘਰ ਦਾ ਆਨੰਦ ਮਾਣਿਆ ਹੈ। ਆਓ ਆਪਣੇ ਆਪ ਨਾਲ ਜੁੜ ਕੇ ਗੁਰੂ ਦੀ ਮੱਤ ਲਈਏ, ਅੰਦਰੋਂ ਮਾਲਕ ਜੀ ਨਾਲ ਪ੍ਰੇਮ ਕਰੀਏ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।